ਉਹੀ ਅਕਾਲੀ ਦਲ ਸਵਾ 4 ਸਾਲ ਕਹਿੰਦਾ ਰਿਹਾ ਕਿ ਕੈਪਟਨ ਸਰਕਾਰ ਬਿਜਲੀ ਦੇ ਰੇਟ ਕਿਉਂ ਨਹੀਂ ਸਸਤੇ। ਅਕਾਲੀ ਇਹ ਵੀ ਕਹਿੰਦੇ ਰਹੇ ਕਿ ਤੁਸੀਂ ਜੋ ਮਰਜ਼ੀ ਕਰ ਲਓ, ਜੋ ਅਸੀਂ ਸਮਝੌਤੇ ਕੀਤੇ। ਇੱਕ ਵੱਡੀ ਲੜਾਈ ਇਸ ਮਸਲੇ ਦੇ ਉੱਤੇ ਹੁੰਦੀ ਰਹੀ ਹੈ ਕਿ ਬਿਜਲੀ ਦੇ ਸਮਝੌਤੇ ਰੱਦ ਹੋਣੇ ਚਾਹੀਦੇ ਨੇ। ਬਿਜਲੀ ਦੇ ਸਮਝੌਤਿਆਂ ਨੇ ਪੰਜਾਬ ਬਹੁਤ ਵੱਡੇ ਪੱਧਰ ਦੇ ਉੱਤੇ ਮਾਰ ਦਿੱਤਾ, ਪ੍ਰਾਈਵੇਟ ਪਲੇਅਰਾਂ ਦੇ ਹੱਥ ਸਾਰਾ ਕੁਝ ਦੇਤਾ। ਉਹਨਾਂ ਪ੍ਰਾਈਵੇਟ ਪਲੇਅਰ ਨੇ ਕਈ ਸਾਲਾਂ ਦੇ ਸਮਝੌਤੇ ਕਰ ਲਏ। ਉਹਦੇ ਚੋਂ ਆਉਣ ਵਾਲੇ ਦਿਨਾਂ 'ਚ ਮੰਨਿਆ ਜਾ ਰਿਹਾ ਕਿ ਪੰਜਾਬ ਦੀ ਇੱਕ ਤਰ੍ਹਾਂ ਦੀ ਗੁਲਾਮੀ ਸੇੜਦੀ। ਅਫਸਰਾਂ ਦੀ ਬਹੁਤ ਵੱਡੀ ਖੇਡ ਸੀ। ਅਫਸਰ ਨੇ ਜਿਹੜੇ ਉਹ ਉਦੋਂ ਵੀ ਉਹੀ ਸੀ, ਬਾਅਦ ਚੋਂ ਵੀ ਉਹੀ ਸੀ। ਅਫਸਰਾਂ ਦੀ ਬਹੁਤ ਸਾਰੀ ਭੂਮਿਕਾ ਸੀ। ਇਹ ਸਾਰੇ ਸਵਾਲ ਉੱਠੇ ਨੇ। ਇਹਨਾਂ ਸਾਰੇ ਸਵਾਲਾਂ ਦੇ ਉੱਤੇ ਫਿਰ ਵੀ ਕੁਝ ਨਹੀਂ ਹੋਇਆ ਸੀ। ਉਦੋਂ ਨੰਦਾ ਦਾ ਸਵਾਲ ਉਦੋਂ ਵੀ ਆਇਆ ਸੀ, ਬਹੁਤ ਸਾਰੀਆਂ ਗੱਲਾਂ ਕਹੀਆਂ ਗਈਆਂ ਸੀ, ਕਿਉਂ ਕੋਰਟ 'ਚ ਨਹੀਂ ਜਾਂਦੇ, ਕਿਉਂ ਸੁਪਰੀਮ ਕੋਰਟ ਦੇ ਅੰਦਰ ਤੱਕ ਕੇਸ ਚਲਾ ਗਿਆ ਸੀ। ਫਿਰ ਸਮਝੌਤਾ ਕੀਤਾ ਗਿਆ। ਸੁਖਬੀਰ ਦਾ ਸਭ ਤੋਂ ਵੱਡਾ, ਜੇ ਸੁਖਬੀਰ ਬਾਦਲ ਦੀ ਸਭ ਤੋਂ ਵੱਡੀਆਂ ਪ੍ਰਾਪਤੀਆਂ ਜੇ ਕੋਈ ਗਣਾਉਂਦੇ ਸੀ, ਕਿਹੜੀ ਗਣਾਉਂਦੇ ਸੀ? 24 ਘੰਟੇ ਬਿਜਲੀ, ਪਾਵਰ ਸਰਪਲਸ ਸੂਬਾ ਕਹਿੰਦੇ ਸੀ, ਯਾਨੀ ਬਿਜਲੀ ਸਾਡੇ ਕੋਲ ਵਾਧੂ ਆ। ਤੁਹਾਡੇ ਯਾਦ ਆ ਇੱਕ ਵਾਰ ਜੁਮਲਾ ਬੜਾ ਮਸ਼ਹੂਰ ਹੋਇਆ ਸੀਗਾ, ਸੁਖਬੀਰ ਬਾਦਲ ਕਹਿੰਦੇ ਨੇ ਕਿਹਾ ਸੀ ਪਾਕਿਸਤਾਨ ਨੂੰ ਬਿਜਲੀ ਭੇਜ ਦਿੰਦੇ ਆ। ਪਰ ਉਹ ਸਰਪਲਸ ਬਿਜਲੀ ਕਿਹਨਾਂ ਦੀ ਸੀ? ਉਹ ਸਰਪਲਸ ਬਿਜਲੀ ਇਹਨਾਂ ਪ੍ਰਾਈਵੇਟ ਜਿਹੜੇ ਥਰਮਲ ਪਲਾਂਟ ਨੇ ਇਹਨਾਂ ਦੀ ਹੋਈ ਸੀ। ਪ੍ਰਾਈਵੇਟ ਜਿਹੜੇ ਥਰਮਲ ਪਲਾਂਟ ਨੇ ਇਹਨਾਂ ਦੇ ਆਉਣ ਵਾਲੇ। ਜਦੋਂ ਤੁਹਾਡਾ ਸਾਰਾ ਕੁਝ ਹੀ ਜਨਤਕ ਸਿਸਟਮ ਖਤਮ ਹੋ ਕੇ ਪ੍ਰਾਈਵੇਟ ਪਲੇਅਰਾਂ ਕੋਲੇ ਜਾਏਗਾ, ਤੁਹਾਡੇ ਸਿਸਟਮ ਦੀ ਤਬਾਹੀ ਹੋਏਗੀ। ਅੱਜ ਪ੍ਰਾਈਵੇਟ ਹਸਪੀਟਲਾਂ ਦੇ ਇਲਾਜ ਦੇਖ ਲਓ ਤੁਸੀਂ, ਕਿੰਨੇ ਆਪਾਂ ਲੱਖਾਂ ਰੁਪਏ ਲਾ ਕੇ ਵਿਚਾਰੇ ਲੋਕ ਆਪਣੀਆਂ ਲਾਸ਼ਾਂ ਲੈ ਕੇ ਆ ਰਹੇ ਨੇ। ਇਹ ਨਾ ਹੋਵੇ ਕਿ ਪ੍ਰਾਈਵੇਟ ਪਲੇਅਰ ਹੀ ਸਾਰੇ ਕਾਸੇ ਤੇ ਆ ਕੇ ਕਬਜ਼ਾ ਕਰ ਲੈਣ ਤੇ ਫਿਰ ਤੁਹਾਡੇ ਹੱਥ ਤੱਕ ਕੁਝ ਰਹੇਗਾ ਹੀ ਨਹੀਂ। ਫਿਰ ਕਾਹਦੀ ਵੈਲਫੇਅਰ ਸਟੇਟ ਆ? ਫਿਰ ਤਾਂ ਸਰਕਾਰ ਹੀ ਅੰਬਾਨੀ ਨੂੰ ਚਲਾਉਣ ਨੂੰ ਦੇ ਦਿਓ, ਅਡਾਨੀ ਨੂੰ ਚਲਾਉਣ ਨੂੰ ਦੇ ਦਿਓ, ਪ੍ਰਾਈਵੇਟ ਪਲੇਅਰ ਸਰਕਾਰ ਵੀ ਚਲਾ ਲੈਣ। ਫਿਰ ਪਹਿਲੇ ਆਪਾਂ ਗੱਲ ਕੀਤੀ ਪੋਪੂਲਿਜ਼ਮ ਦੀ, ਤੇ ਆਖਰੀ ਸਾਲ ਦੇ ਵਿੱਚ ਸਾਰੀਆਂ ਸਰਕਾਰਾਂ ਕਰਦੀਆਂ ਨੇ। ਪਰ ਜੋ ਸਿਆਸਤ ਹੁਣ ਤੱਕ ਬਿਜਲੀ ਨੂੰ ਲੈ ਕੇ ਹੁੰਦੀ ਰਹੀ ਆ, ਅਕਾਲੀ ਦਲ ਜਿਨ੍ਹਾਂ ਨੇ ਪ੍ਰਾਈਵੇਟ ਕੰਪਨੀਆਂ ਨਾਲ ਵਾਅਦੇ ਕੀਤੇ ਸੀ, ਤੇ ਉਹੀ ਅਕਾਲੀ ਦਲ ਸਵਾ 4 ਸਾਲ ਕਹਿੰਦਾ ਰਿਹਾ ਕਿ ਕੈਪਟਨ ਸਰਕਾਰ ਬਿਜਲੀ ਦੇ ਰੇਟ ਕਿਉਂ ਨਹੀਂ ਸਸਤੇ ਕਰ ਰਹੀ। ਨਹੀਂ, ਅਕਾਲੀ ਇਹ ਵੀ ਕਹਿੰਦੇ ਰਹੇ ਕਿ ਤੁਸੀਂ ਜੋ ਮਰਜ਼ੀ ਕਰ ਲਓ, ਜੋ ਅਸੀਂ ਸਮਝੌਤੇ ਕੀਤੇ। ਔਰ ਵਾਅਦਾ ਕਿਹਦਾ ਸੀਗਾ? ਪੰਜਾਬ ਕਾਂਗਰਸ ਦੇ ਪ੍ਰਧਾਨ MP ਸੁਨੀਲ ਜਾਖੜ, ਓਪੋਜੀਸ਼ਨ ਲੀਡਰ, ਇਹਨਾਂ ਨੇ ਗੱਲਾਂ ਕਹੀਆਂ ਸੀ। ਪਰ ਇਹਨਾਂ ਤੇ ਲੜੇ ਵੀ ਇਹ ਕੈਪਟਨ ਸਰਕਾਰ ਦੇ ਵਿਦਨ। ਇੱਕ ਵੱਡੀ ਲੜਾਈ ਇਸ ਮਸਲੇ ਦੇ ਉੱਤੇ ਹੁੰਦੀ ਰਹੀ ਹੈ ਕਿ ਬਿਜਲੀ ਦੇ ਸਮਝੌਤੇ ਰੱਦ ਹੋਣੇ ਚਾਹੀਦੇ ਨੇ। ਬਿਜਲੀ ਦੇ ਸਮਝੌਤਿਆਂ ਨੇ ਪੰਜਾਬ ਬਹੁਤ ਵੱਡੇ ਪੱਧਰ ਦੇ ਉੱਤੇ ਮਾਰ ਦਿੱਤਾ, ਪ੍ਰਾਈਵੇਟ ਪਲੇਅਰਾਂ ਦੇ ਹੱਥ ਸਾਰਾ ਕੁਝ ਦੇਤਾ। ਪਰ ਜਦੋਂ ਹੀ ਇਹ ਸਾਰੀ ਸਰਕਾਰ ਆਈ, ਕਿਹਾ ਗਿਆ ਕਿ ਅਫਸਰਾਂ ਦੀ ਬਹੁਤ ਵੱਡੀ ਖੇਡ ਸੀ। ਅਫਸਰ ਨੇ ਜਿਹੜੇ ਉਹ ਉਦੋਂ ਵੀ ਉਹੀ ਸੀ, ਬਾਅਦ ਚੋਂ ਵੀ ਉਹੀ ਸੀ। ਅਫਸਰਾਂ ਦੀ ਬਹੁਤ ਸਾਰੀ ਭੂਮਿਕਾ ਸੀ। ਅਫਸਰ ਨਹੀਂ ਚਾਹੁੰਦੇ ਸੀ ਕਿ ਇਸ ਤਰ੍ਹਾਂ ਦੀਆਂ ਚੀਜ਼ਾਂ ਹੋਣ। ਪਰ ਕੈਪਟਨ ਸਰਕਾਰ ਦੇ ਤੋਂ ਪਹਿਲਾਂ ਜੇ ਤੁਸੀਂ ਪ੍ਰੈਸ ਕਾਨਫਰੰਸਾਂ ਦੇਖੋਗੇ ਸੁਨੀਲ ਜਾਖੜ ਦੀਆਂ ਕੱਢ ਕੇ, ਲਗਾਤਾਰ ਕਾਂਗਰਸ ਦੀ ਵੱਡੀ ਮੰਗ ਰਹੀ ਹੈ ਕਿ ਅਕਾਲੀ ਦਲ ਦੇ ਟਾਈਮ ਜਿਹੜੇ ਥਰਮਲ ਪਲਾਂਟ ਲੱਗੇ, ਗੋਇੰਦਵਾਲ ਸਾਹਿਬ ਥਰਮਲ ਪਲਾਂਟ ਸੀਗਾ, ਰਾਜਪੁਰੇ ਕੋਲ ਥਰਮਲ ਪਲਾਂਟ ਸੀ, ਤਲਵੰਡੀ ਸਾਹਿਬ ਪ੍ਰਾਈਵੇਟ ਥਰਮਲ ਪਲਾਂਟ ਆਏ, ਪ੍ਰਾਈਵੇਟ ਪਲੇਅਰ ਆਏ। ਯਾਨੀ ਉਹਨਾਂ ਪ੍ਰਾਈਵੇਟ ਪਲੇਅਰ ਨੇ ਕਈ ਸਾਲਾਂ ਦੇ ਸਮਝੌਤੇ ਕਰ ਲਏ। ਉਹਦੇ ਚੋਂ ਆਉਣ ਵਾਲੇ ਦਿਨਾਂ 'ਚ ਮੰਨਿਆ ਜਾ ਰਿਹਾ ਕਿ ਪੰਜਾਬ ਦੀ ਇੱਕ ਤਰ੍ਹਾਂ ਦੀ ਗੁਲਾਮੀ ਸੇੜਦੀ। ਇਹ ਗੱਲ ਕਾਂਗਰਸ ਦਾ ਇਲਜ਼ਾਮ ਹੁੰਦਾ ਸੀ ਕਿ ਪੰਜਾਬ ਨੂੰ ਗੁਲਾਮ ਬਣਾ ਦਿੱਤਾ ਗਿਆ ਹੈਗਾ। ਬਿਜਲੀ ਦੇ ਲਈ ਜਿਹੜੀ ਇੱਕ ਬੇਸਿਕ ਨੀਡ ਆ, ਬਿਜਲੀ ਇੱਕ ਬੇਸਿਕ ਨੀਡ ਆ ਗਈ, ਪਾਣੀ ਇੱਕ ਬੇਸਿਕ ਨੀਡ ਹੈ, ਐਜੂਕੇਸ਼ਨ ਇੱਕ ਬੇਸਿਕ ਨੀਡ ਆ, ਹੈਲਥ ਇੱਕ ਬੇਸਿਕ ਨੀਡ ਹੈ। ਬੇਸਿਕ ਬੰਦੇ ਦੀਆਂ ਰੋਜ਼ਮਰਾ ਦੀਆਂ ਜ਼ਰੂਰਤਾਂ ਨੇ ਇਹ। ਰੋਜ਼ ਉਹਨੂੰ 2-4 ਦਿਨ ਖੜ੍ਹ ਕੇ ਮੰਨ ਲਓ ਸਿਹਤ ਤੇ ਐਜੂਕੇਸ਼ਨ ਦੀ ਲਗਾਤਾਰ ਲੋੜ ਪੈਂਦੀ ਹੈ, ਹੈਲਥ ਦੀ ਉਹਨੂੰ ਲਗਾਤਾਰ ਲੋੜ ਪੈਂਦੀ ਹੈ, ਤੇ ਬਿਜਲੀ ਦੀ ਉਹਨੂੰ ਲਗਾਤਾਰ ਲੋੜ ਪੈਂਦੀ ਹੈ, ਪਾਣੀ ਦੀ ਲੋੜ ਪੈਂਦੀ ਹੈ। ਪਰ ਇਹਨਾਂ ਚੀਜ਼ਾਂ ਦੇ ਉੱਤੇ ਫਿਰ ਇਸੇ ਕਰਕੇ ਸਭ ਤੋਂ ਵੱਡੀ ਪੋਪੂਲਿਜ਼ਮ ਦੀ ਰਾਜਨੀਤੀ ਹੁੰਦੀ ਹੈ। ਇਸੇ ਕਰਕੇ ਰਾਜਨੀਤਿਕ ਤੌਰ ਦੇ ਉੱਤੇ ਸਵਾਲ ਵੀ ਖੜੇ ਹੁੰਦੇ ਆ। ਤੇ ਰਾਜਨੀਤਿਕ ਤੌਰ ਦੇ ਉੱਤੇ ਜਦੋਂ ਸਵਾਲ ਖੜੇ ਹੋਏ ਨੇ, ਉਹ ਤੋਂ ਬਾਅਦ ਹੀ ਇਹ ਸਾਰੇ ਸਵਾਲ ਉੱਠੇ ਨੇ। ਇਹਨਾਂ ਸਾਰੇ ਸਵਾਲਾਂ ਦੇ ਉੱਤੇ ਫਿਰ ਵੀ ਕੁਝ ਨਹੀਂ ਹੋਇਆ ਸੀਗਾ। ਉਦੋਂ ਵੀ ਕਿਹਾ ਗਿਆ, ਅਤੁਲ ਨੰਦਾ ਦਾ ਸਵਾਲ ਉਦੋਂ ਵੀ ਆਇਆ ਸੀ, ਬਹੁਤ ਸਾਰੀਆਂ ਗੱਲਾਂ ਕਹੀਆਂ ਗਈਆਂ ਸੀ, ਕਿਉਂ ਕੋਰਟ 'ਚ ਨਹੀਂ ਜਾਂਦੇ, ਕਿਉਂ ਸੁਪਰੀਮ ਕੋਰਟ ਦੇ ਅੰਦਰ ਤੱਕ ਕੇਸ ਚਲਾ ਗਿਆ ਸੀ। ਫਿਰ ਸਮਝੌਤਾ ਕੀਤਾ ਗਿਆ, ਕਿਹਾ ਗਿਆ ਕਿ ਉਹ ਸਾਰੇ ਮਸਲੇ ਦੇ ਉੱਤੇ ਕਿ ਪੰਜਾਬ ਨੂੰ ਬਿਜਲੀ ਮਹਿੰਗੀ ਮਿਲੂ। ਇਹ ਕਾਂਗਰਸ ਦਾ ਇੱਕ ਵੱਡਾ ਰੌਲਾ ਸੀ। ਪੰਜਾਬ ਕਾਂਗਰਸ ਦੀ ਕੰਪੇਨ ਚੱਕ ਕੇ ਦੇਖੋਗੇ ਤੁਸੀਂ 2017 ਦੀਆਂ ਚੋਣਾਂ ਦੇ ਅੰਦਰ, ਇਹ ਸਭ ਤੋਂ ਵੱਡੀ ਕੰਪੇਨ ਸੀ। ਪਰ ਉਹਨਾਂ ਮਸਲਿਆਂ 'ਤੇ ਕੁਝ ਨਹੀਂ ਹੋਇਆ। ਹੁਣ ਕਿਉਂਕਿ ਵਿਰੋਧੀ ਪਾਰਟੀਆਂ, ਅਕਾਲੀ ਦਲ ਜਿਵੇਂ ਕਹਿੰਦੇ ਵਾਰ-ਵਾਰ ਸਵਾਲ ਖੜੇ ਕਰਦਾ ਕਿ ਕੈਪਟਨ ਸਰਕਾਰ 'ਚ ਬਿਜਲੀ ਮਹਿੰਗੀ, ਕੈਪਟਨ ਸਰਕਾਰ 'ਚ, ਕਿਉਂਕਿ ਸੁਖਬੀਰ ਦਾ ਸਭ ਤੋਂ ਵੱਡਾ, ਜੇ ਸੁਖਬੀਰ ਬਾਦਲ ਦੀ ਸਭ ਤੋਂ ਵੱਡੀਆਂ ਪ੍ਰਾਪਤੀਆਂ ਜੇ ਕੋਈ ਗਣਾਉਂਦੇ ਸੀ, ਕਿਹੜੀ ਗਣਾਉਂਦੇ ਸੀ? 24 ਘੰਟੇ ਬਿਜਲੀ, ਜਿਹੜੀ ਸਰਪਲਸ ਸੂਬਾ, ਪਾਵਰ ਸਰਪਲਸ ਸੂਬਾ ਕਹਿੰਦੇ ਸੀ, ਯਾਨੀ ਬਿਜਲੀ ਸਾਡੇ ਕੋਲ ਵਾਧੂ ਆ। ਤੁਹਾਡੇ ਯਾਦ ਆ ਇੱਕ ਵਾਰ ਜੁਮਲਾ ਬੜਾ ਮਸ਼ਹੂਰ ਹੋਇਆ ਸੀਗਾ, ਸੁਖਬੀਰ ਬਾਦਲ ਕਹਿੰਦੇ ਨੇ ਕਿਹਾ ਸੀ ਪਾਕਿਸਤਾਨ ਨੂੰ ਬਿਜਲੀ ਭੇਜ ਦਿੰਦੇ ਹੈਗੇ, ਪਾਕਿਸਤਾਨ ਨੂੰ ਬਿਜਲੀ ਭੇਜ ਸਕਦੇ ਅਸੀਂ। ਹਾਲਾਂਕਿ ਇਹ ਮੰਨਿਆ ਜਾਂਦਾ ਕਿ ਪਾਕਿਸਤਾਨ 'ਚ ਬਿਜਲੀ ਲੋੜ ਹੁੰਦੀ ਹੈ, ਲਹਿੰਦੇ ਪੰਜਾਬ 'ਚ ਭੇਜੀ ਜਾ ਸਕਦੀ ਹੈ। ਬਹੁਤ ਸਾਰੇ ਲੋਕ ਵੱਖਰੀਆਂ ਦੀ ਲੈਂਦੇ ਨੇ। ਪਰ ਜਦੋਂ ਸੁਖਬੀਰ ਬਾਦਲ ਨੇ ਇਹ ਗੱਲ ਕਹੀ ਸੀ ਕਿ ਅਸੀਂ ਸਰਪਲਸ ਬਿਜਲੀ ਅਸੀਂ ਦੇ ਵੀ ਸਕਦੇ ਹਾਂ ਕਿਸੇ ਨੂੰ, ਪਰ ਉਹ ਸਰਪਲਸ ਬਿਜਲੀ ਕਿਹਨਾਂ ਦੀ ਸੀ?
ਉਹ ਸਰਪਲਸ ਬਿਜਲੀ ਇਹਨਾਂ ਪ੍ਰਾਈਵੇਟ ਜਿਹੜੇ ਥਰਮਲ ਪਲਾਂਟ ਨੇ ਇਹਨਾਂ ਦੀ ਹੋਈ ਸੀ, ਪ੍ਰਾਈਵੇਟ ਜਿਹੜੇ ਥਰਮਲ ਪਲਾਂਟ ਨੇ ਇਹਨਾਂ ਦੇ ਆਉਣ ਵਾਲੇ। ਤਾਂ ਓਬਵੀਅਸਲੀ ਹੈ ਜਦੋਂ ਵੀ ਕਿਸੇ ਫੀਲਡ 'ਚ ਕੋਈ ਪ੍ਰਾਈਵੇਟ ਪਲੇਅਰ ਆਉਂਦਾ ਉਹ ਮੁਨਾਫੇ ਲਈ ਆਉਂਦਾ। ਇਹ ਨਹੀਂ ਕਿ ਪ੍ਰਾਈਵੇਟ ਪਲੇਅਰ ਨਹੀਂ ਆਉਣਗੇ ਜਾਂ ਦੁਨੀਆ ਭਰ ਦੇ ਕਿਸੇ ਸਿਸਟਮ 'ਚ ਪ੍ਰਾਈਵੇਟ ਪਲੇਅਰ ਨਹੀਂ ਹੁੰਦੇ, ਇਹ 'ਚ ਕੋਈ ਇਤਰਾਜ਼ ਨਹੀਂ ਕਿ ਪ੍ਰਾਈਵੇਟ ਪਲੇਅਰ, ਪਰ ਜਦੋਂ ਤੁਹਾਡਾ ਸਾਰਾ ਕੁਝ ਹੀ ਜਨਤਕ ਸਿਸਟਮ ਖਤਮ ਹੋ ਕੇ ਪ੍ਰਾਈਵੇਟ ਪਲੇਅਰਾਂ ਕੋਲੇ ਜਾਏਗਾ ਤੁਹਾਡੇ ਸਿਸਟਮ ਦੀ ਤਬਾਹੀ ਹੋਏਗੀ। ਅੱਜ ਪ੍ਰਾਈਵੇਟ ਹਸਪੀਟਲਾਂ ਦੇ ਇਲਾਜ ਦੇਖ ਲਓ ਤੁਸੀਂ, ਕਿੰਨੇ ਕਿੰਨੇ ਆਪਾਂ ਲੱਖਾਂ ਰੁਪਏ ਲਾ ਕੇ ਵਿਚਾਰੇ ਲੋਕ ਆਪਣੀਆਂ ਲਾਸ਼ਾਂ ਲੈ ਕੇ ਆ ਰਹੇ ਨੇ। ਜੇ ਸਰਕਾਰੀ ਸਿਸਟਮ ਵਧੀਆ ਹੋਵੇ ਤਾਂ ਘੱਟੋ ਘੱਟ ਲੋਕਾਂ ਦੇ ਖਰਚੇ ਘੱਟ ਹੋਣ। ਅੱਜ ਪ੍ਰਾਈਵੇਟ ਸਕੂਲ ਦੇਖ ਲਓ ਤੁਸੀਂ, ਪ੍ਰਾਈਵੇਟ ਯੂਨੀਵਰਸਿਟੀਆਂ, ਪ੍ਰਾਈਵੇਟ ਸਕੂਲ, ਉਹਨਾਂ ਦੇ ਅੰਦਰ ਇੱਕ ਵੱਡਾ ਖਰਚਾ ਲੋਕਾਂ ਦਾ ਖੜਾ ਹੁੰਦਾ। ਇਸੇ ਤਰ੍ਹਾਂ ਬਿਜਲੀ 'ਚ ਪ੍ਰਾਈਵੇਟ ਪਲੇਅਰ ਆ ਗਏ, ਪਾਣੀ 'ਚ ਪ੍ਰਾਈਵੇਟ ਪਲੇਅਰ ਆ ਰਹੇ ਹੈਗੇ। ਉਹ ਪ੍ਰਾਈਵੇਟ ਪਲੇਅਰ ਆਪਣਾ ਮੁਨਾਫਾ ਦੇਖਣਗੇ। ਸਟੇਟ ਕਿਸ ਗੱਲ ਦੇ ਲਈ ਹੁੰਦੀ ਹੈ? ਸਟੇਟ ਹਮੇਸ਼ਾ, ਸਟੇਟ ਦਾ ਇੱਕ ਆਈਡੀਆ ਹੁੰਦਾ ਕਿ ਸਟੇਟ ਹਮੇਸ਼ਾ ਲੋਕਾਂ ਦੇ ਮੁਨਾਫੇ ਲਈ ਨਹੀਂ ਹੁੰਦੀ। ਸਟੇਟ ਵੀ ਮੁੱਖ ਮੰਤਰੀ ਨੇ ਮੁਨਾਫਾ ਕਮਾਉਣਾ, ਮੁੱਖ ਮੰਤਰੀ ਨੇ ਲੋਕਾਂ ਦੀ ਵੈਲਫੇਅਰ ਕਰਨੀ ਆ, ਭਲਾਈ ਕਰਨੀ ਆ। ਕਿਸੇ ਪਾਰਟੀ ਨੇ, ਕਿਸੇ ਸਰਕਾਰ ਨੇ ਲੋਕਾਂ ਦੀ ਭਲਾਈ ਕਰਨੀ ਹੈ, ਮੁਨਾਫਾ ਨਹੀਂ ਕਮਾਉਣਾ ਹੁੰਦਾ। ਸਰਕਾਰਾਂ ਦਾ ਕੰਮ ਕਦੇ ਮੁਨਾਫਾ ਕਮਾਉਣਾ ਨਹੀਂ ਹੁੰਦਾ। ਤਾਂ ਇਸ ਕਰਕੇ ਸਰਕਾਰਾਂ ਦੇ ਹੱਥ 'ਚ ਜੇ ਸਿਸਟਮ ਹੋਏਗਾ ਪੂਰਾ, ਬਿਜਲੀ ਵੀ ਉਹਨਾਂ ਦੇ ਹੱਥ ਹੋਏਗੀ, ਹੈਲਥ ਵੀ ਉਹਨਾਂ ਦੇ ਹੱਥ ਹੋਏਗੀ, ਐਜੂਕੇਸ਼ਨ ਵੀ ਉਹਨਾਂ ਦੇ ਹੱਥ ਹੋਏਗੀ, ਤਾਂ ਗਰੀਬ ਤੋਂ ਗਰੀਬ ਬੰਦਾ ਪੜ੍ਹ ਵੀ ਸਕੇਗਾ, ਗਰੀਬ ਤੋਂ ਗਰੀਬ ਬੰਦਾ ਇਲਾਜ ਵੀ ਕਰਾ ਸਕੇਗਾ, ਗਰੀਬ ਤੋਂ ਗਰੀਬ ਬੰਦਾ ਬਿਜਲੀ ਦੇ ਅੰਦਰ ਸੌਂ ਵੀ ਸਕੇਗਾ, ਯਾਨੀ ਪੱਖੇ ਥੱਲੇ ਸੌਂ ਸਕੇਗਾ। ਜੇ ਪ੍ਰਾਈਵੇਟ ਪਲੇਅਰਾਂ ਦੇ ਹੱਥੇ ਸਾਰੀਆਂ ਚੀਜ਼ਾਂ ਆਉਣਗੀਆਂ ਤਾਂ ਇਹਦਾ ਨੁਕਸਾਨ ਆਉਣ ਵਾਲੇ ਸਮੇਂ 'ਚ ਹੈਗਾ। ਇਹ ਨਹੀਂ ਹੈ ਕਿ ਪ੍ਰਾਈਵੇਟ ਪਲੇਅਰ ਨਹੀਂ ਆਉਣਗੇ, ਮੈਂ ਵਾਰ-ਵਾਰ ਕਹਿਣਾ ਪ੍ਰਾਈਵੇਟ ਪਲੇਅਰ ਆਉਣਗੇ, ਆਉਣ, ਪਰ ਉਹਦਾ ਇੱਕ ਬੈਲੈਂਸ ਬਣਾਉਣਾ ਚਾਹੀਦਾ ਸਰਕਾਰਾਂ ਨੂੰ ਕਿ ਕਿੰਨੇ ਪ੍ਰਾਈਵੇਟ ਪਲੇਅਰ, ਕਿੰਨੀ ਸਰਕਾਰ। ਯਾਨੀ ਇਹ ਨਾ ਹੋਵੇ ਕਿ ਪ੍ਰਾਈਵੇਟ ਪਲੇਅਰ ਹੀ ਸਾਰੇ ਕਾਸੇ ਤੇ ਆ ਕੇ ਕਬਜ਼ਾ ਕਰ ਲੈਣ ਤੇ ਫਿਰ ਤੁਹਾਡੇ ਹੱਥ ਤਾਂ ਕੁਝ ਰਹੇਗਾ ਹੀ ਨਹੀਂ। ਫਿਰ ਕਾਹਦੀ ਵੈਲਫੇਅਰ ਸਟੇਟ ਆ? ਫਿਰ ਤਾਂ ਸਰਕਾਰ ਹੀ ਅੰਬਾਨੀ ਨੂੰ ਚਲਾਉਣ ਨੂੰ ਦੇ ਦਿਓ, ਅਡਾਨੀ ਨੂੰ ਚਲਾਉਣ ਨੂੰ ਦੇ ਦਿਓ, ਪ੍ਰਾਈਵੇਟ ਪਲੇਅਰ ਸਰਕਾਰ ਵੀ ਚਲਾ ਲੈਣ। ਫਿਰ ਜੇ ਸਰਕਾਰ ਚਲਾ ਕੇ ਤੁਸੀਂ ਇਹ ਦਾਅਵਾ, ਜਦੋਂ ਸਰਕਾਰ ਚਲਾ ਕੇ ਤੁਸੀਂ ਲੋਕਾਂ ਜਾਂਦੇ ਹੋ ਕੀ ਕਹਿੰਦੇ ਹੋ ਕਿ ਭਾਈ ਅਸੀਂ ਤਾਂ ਤੁਹਾਡੇ ਕੋਲ ਆਏ ਤੁਹਾਡਾ ਫਾਇਦਾ ਕਰਾਂਗੇ। ਸਾਡੀ ਪਾਰਟੀ ਅਕਾਲੀ ਕਹਿੰਦੇ ਜੀ ਅਸੀਂ ਐਂ ਫਾਇਦਾ ਕਰਾਂਗੇ, ਕਾਂਗਰਸੀ ਕਹਿੰਦੇ ਐਂ ਫਾਇਦਾ ਕਰਾਂਗੇ, ਆਮ ਆਦਮੀ ਪਾਰਟੀ ਵਾਲੇ ਕਹਿੰਦੇ ਐਂ ਫਾਇਦਾ ਕਰਾਂਗੇ, ਬੀਜੇਪੀ ਵਾਲੇ ਕਹਿੰਦੇ ਐਂ ਫਾਇਦਾ ਕਰਾਂਗੇ। ਫਿਰ ਜੇ ਫਾਇਦਾ ਹੀ ਲੋਕਾਂ ਦਾ ਨਹੀਂ ਹੋਣਾ, ਜੇ ਸਾਰਾ ਕੁਝ ਪ੍ਰਾਈਵੇਟ ਪਲੇਅਰਾਂ ਦੇ ਹੱਥਾਂ ਚਲਾ ਜਾਊ ਤਾਂ ਫਿਰ ਚੀਜ਼ਾਂ ਕਿੱਧਰ ਨੂੰ ਜਾਣਗੀਆਂ। ਇਸ ਕਰਕੇ ਜ਼ਰੂਰੀ ਹੈ ਇੱਕ ਬੈਲੈਂਸ ਬਣਾਇਆ ਜਾਵੇ। ਇਹ ਨਹੀਂ ਕਿ ਪ੍ਰਾਈਵੇਟ ਪਲੇਅਰ ਨਾ ਆਉਣ, ਐਜੂਕੇਸ਼ਨ 'ਚ ਵੀ ਆਉਣ, ਹੈਲਥ 'ਚ ਵੀ ਆਉਣ, ਪਾਵਰ 'ਚ ਵੀ ਆ ਜਾਣ, ਕਿਸੇ 'ਚ ਵੀ ਆ ਜਾਣ, ਪਰ ਕੱਲੀ ਗੇਮ ਪ੍ਰਾਈਵੇਟ ਪਲੇਅਰਾਂ ਦੇ ਹੱਥ ਨਹੀਂ ਆਉਣੀ ਚਾਹੀਦੀ। ਜਦੋਂ ਪ੍ਰਾਈਵੇਟ ਪਲੇਅਰਾਂ ਦੇ ਹੱਥ ਸਾਰਾ ਕੁਝ ਆਏਗਾ, ਖਤਮ ਹੋਏਗਾ। ਕਰੋਨਾ ਕਾਲ 'ਚ ਅਸੀਂ ਦੇਖ ਰਹੇ ਹਾਂ ਲੋਕ ਵਿਚਾਰੇ ਕਿੱਡੇ ਵੱਡੇ, ਜਿਹੜਾ ਗਰੀਬ ਬੰਦਾ ਵਿਚਾਰਾ 10-10, 15-15 ਲੱਖ ਦੇ ਬਿੱਲ ਬਣ ਰਹੇ ਨੇ। ਜੇ ਸਰਕਾਰੀ ਸਿਸਟਮ ਹੋ ਏਡੇ ਏਡੇ ਬਿੱਲ ਨਹੀਂ ਬਣਨਗੇ, ਜੇ ਸਰਕਾਰ ਕੋਲ ਇੱਕ ਢਾਂਚਾ ਹੋਏਗਾ। ਤਾਂ ਇਸ ਕਰਕੇ ਗੱਲਾਂ ਤੋਂ ਸਰਕਾਰ ਨੂੰ ਸਿੱਖਣਾ ਚਾਹੀਦਾ। ਕਰੋਨਾ ਕਾਲ 'ਚ ਵੀ ਪ੍ਰਾਈਵੇਟ ਹੱਥਾਂ 'ਚ ਇੰਨੀਆਂ ਚੀਜ਼ਾਂ ਨਾ ਦਿਓ। ਪ੍ਰਾਈਵੇਟ ਹੱਥਾਂ ਚੀਜ਼ਾਂ ਜਾਣ ਦੇ ਨਾਲ ਇੱਕ ਆਮ ਬੰਦੇ ਤੋਂ, ਲੋਕਤੰਤਰ ਆਮ ਲੋਕਾਂ ਲਈ ਹੈ। ਆਮ ਲੋਕਾਂ ਦੇ ਕੋਲ ਜਦੋਂ ਸਾਧਨ ਨਹੀਂ ਰਹਿਣਗੇ, ਵਿਚਾਰੇ ਆਮ ਲੋਕ ਪੜ੍ਹ ਨਹੀਂ ਸਕਣਗੇ, ਆਮ ਲੋਕ ਇਲਾਜ ਨਹੀਂ ਕਰਾ ਸਕਣਗੇ, ਆਮ ਲੋਕ ਬਿਜਲੀ ਨਹੀਂ ਲੈ ਸਕਣਗੇ, ਫਿਰ ਉਹ ਤੁਹਾਨੂੰ ਵੋਟਾਂ ਪਾਉਂਦੇ ਨੇ। ਤਾਂ ਫਿਰ ਸਿਸਟਮ ਦੇ ਅੰਦਰ ਇੱਕ ਅਨਾਰਕੀ ਪੈਦਾ ਹੁੰਦੀ ਹੈ, ਯਾਨੀ ਸਿਸਟਮ ਦੇ ਅੰਦਰ ਇੱਕ ਗੁੱਸਾ, ਰੋਸ ਪੈਦਾ ਹੁੰਦਾ। ਉਹ ਨਾ ਪੈਦਾ ਹੋਵੇ, ਉਹ ਵਧੀਆ ਰਹੇ, ਸਾਡਾ ਲੋਕਤੰਤਰ ਬਿਹਤਰ ਤਰੀਕੇ ਨਾਲ ਚੱਲੇ। ਸਰਕਾਰਾਂ ਨੂੰ ਖੁਦ ਸੋਚਣਾ ਚਾਹੀਦਾ। ਇਸੇ ਕਰਕੇ ਬਿਜਲੀ ਵਾਲੇ ਮਸਲੇ ਦੇ ਅੰਦਰ ਵੀ ਪ੍ਰਾਈਵੇਟ ਪਲੇਅਰਾਂ ਨੂੰ ਜਿਹੜੇ ਆ ਗਏ ਹੁਣ ਉਹਨਾਂ ਨੂੰ ਤਾਂ ਕੱਢ ਨਹੀਂ ਸਕਦੇ। ਘੱਟੋ ਘੱਟ ਆਪਣਾ ਸਿਸਟਮ ਵੀ ਇੱਕ ਵਧੀਆ ਤਰੀਕੇ ਨਾਲ ਸਟੈਬਲਿਸ਼ ਕਰੋ, ਜਿਹਦੇ 'ਚ ਆਉਣ ਵਾਲੇ ਸਮੇਂ 'ਚ ਆਮ ਲੋਕਾਂ ਤੋਂ ਕੋਈ ਚੀਜ਼ਾਂ ਨਾ ਖੁੱਸਣ। ਆਮ ਲੋਕਾਂ ਦਾ ਅਧਿਕਾਰ ਆ, ਉਹਨਾਂ ਦਾ ਬੁਨਿਆਦੀ ਹੱਕ ਆ, ਬਿਜਲੀ ਮਿਲੇ, ਪਾਣੀ ਮਿਲੇ, ਸਿਹਤ ਸਹੂਲਤ ਮਿਲੇ ਤੇ ਐਜੂਕੇਸ਼ਨ ਮਿਲੇ ਹਰ ਗਰੀਬ ਬੱਚੇ ਨੂੰ। ਇਹ ਕੰਮ ਸਰਕਾਰਾਂ ਦੇ ਜ਼ਿੰਮੇ ਆ ਤੇ ਉਹ ਮਿਲਣਾ ਚਾਹੀਦਾ। ਦੇਖੋ, ਜਿੱਦਾਂ ਅਸੀਂ ਜ਼ਿਕਰ ਕੀਤਾ ਕਿ ਦਿੱਲੀ ਦੇ ਵਿੱਚ ਕੇਜਰੀਵਾਲ ਪਾਣੀ ਤੇ ਬਿਜਲੀ ਦੇ ਮੁੱਦੇ ਤੇ ਸਰਕਾਰ ਬਣਾ ਜਾਂਦੇ ਨੇ, ਤੇ ਦੂਜੀ ਗੱਲ ਇਹ ਵੀ ਹੈ ਇੱਥੇ ਕਿਉਂ ਨਹੀਂ ਫਿਰ ਉਹ ਸਰਕਾਰ ਵੀ ਬਣਾ ਕੇ ਦੂਜੀ ਵਾਰ ਤੇ ਲੋਕਾਂ ਨੂੰ ਸਸਤੀ ਬਿਜਲੀ ਤੇ ਮੁਫਤ ਪਾਣੀ ਵੀ ਦੇ ਰਹੇ ਨੇ, ਤੇ ਫਿਰ ਇੱਥੇ ਕਿਉਂ ਨਹੀਂ? ਇੱਥੇ ਲਗਾਤਾਰ ਨਾਲੇ ਗੱਲ ਉਹੀ ਹੈ ਨਾ, ਹਰੇਕ ਸਰਕਾਰ ਦੇ ਲਈ ਤੁਸੀਂ ਆਪਣੀ ਸਰਕਾਰ ਵੀ ਬਣਾਓ, ਲੋਕਾਂ ਨੂੰ ਵੀ ਸਹੂਲਤਾਂ ਦਿਓ, ਨਾਲੇ ਪੁੰਨ ਨਾਲੇ ਫਲੀਆਂ ਜਿਹਨੂੰ ਕਹਿੰਦੇ ਨੇ। ਲੌਜਿਕ ਇਹ ਆ ਕਿ ਦਿੱਲੀ 'ਚ ਰੈਵਨਿਊ ਮਾਡਲ ਬਹੁਤ ਵੱਡਾ, ਦਿੱਲੀ ਇੱਕ ਕੈਪੀਟਲ ਆ, ਕੈਪੀਟਲ 'ਚ ਬਹੁਤ ਵੱਡੇ ਪਲੇਅਰ ਬੈਠੇ ਨੇ। ਸਾਡੇ ਪੰਜਾਬ 'ਚ ਕਿਹਾ ਜਾਂਦਾ ਅਸੀਂ ਹਮੇਸ਼ਾ ਡੈਫਿਸਿਟ 'ਚ ਰਹਿੰਦੇ ਹਾਂ। ਇਕੋਨਮੀ ਦੇ ਅੰਦਰ ਦੋ ਚੀਜ਼ਾਂ ਹੁੰਦੀਆਂ ਨੇ ਕਿ ਤੁਸੀਂ ਕਿੰਨਾ ਕਮਾਉਂਦੇ ਹੋ ਤੇ ਕਿੰਨਾ ਖਰਚ ਹੁੰਦਾ। ਮੋਟੀ ਚੀਜ਼ ਇਹ ਆ, ਸਾਡਾ ਖਰਚਾ ਲਗਾਤਾਰ ਵੱਧ ਰਿਹਾ, ਆਮਦਨ ਸਾਡੀ ਘਟ ਰਹੀ ਹੈ। ਇਹ ਹੋਇਆ ਹੁਣ ਪਿੱਛੇ ਜੇ ਜ਼ਰੂਰ ਉਹ ਹੋਇਆ ਕਿਉਂਕਿ ਕੁਝ ਮਨੀ ਪੰਪ ਹੋਈ, ਪਰ ਟੋਟੈਲਿਟੀ ਦੇ ਅੰਦਰ ਸਾਡੀ ਸਟੇਟ ਬਹੁਤ ਵੱਡੇ ਕਰਜ਼ੇ 'ਚ ਆ। 3 ਲੱਖ ਕਰੋੜ ਦਾ ਕਰਜ਼ਾ ਜਿਹੜਾ ਹੈਗਾ, 3,00,000 ਕਰੋੜ ਦਾ। ਜਦੋਂ ਇਹ ਕਰਜ਼ੇ ਤੁਹਾਡੇ ਤੇ ਰਹਿਣਗੇ, ਇਹਨਾਂ ਕਰਜ਼ਿਆਂ ਦੇ ਨਾਲ ਤੁਸੀਂ ਕਿੱਧਰ ਜਾਓਗੇ? ਤੁਸੀਂ ਦੇਖੋ ਪੰਜਾਬ 'ਚ ਟੈਰਰਿਜ਼ਮ ਤੋਂ ਬਾਅਦ, ਖੜਕ ਮੂਵਮੈਂਟ ਤੋਂ ਬਾਅਦ ਪੰਜਾਬ 'ਚ ਲਗਾਤਾਰ ਜਿਹੜਾ ਵਾਧਾ ਆਇਆ ਗਾ, ਜਿੰਨਾ ਵੀ ਲੋਨ ਆਗਾ ਸਰਕਾਰ ਦੇ ਸਿਰ, ਜਿੰਨਾ ਕਰਜ਼ਾ, ਉਹ ਲਗਾਤਾਰ ਵਾਧਾ ਆਇਆ। ਉਹ ਕਰਜ਼ਾ ਇੰਨਾ ਜ਼ਿਆਦਾ ਵਧਿਆ, ਜਿਹੜੇ ਕਰਜ਼ੇ ਨੇ ਪੰਜਾਬ ਡਬੋਤਾ, ਪੰਜਾਬ ਖਤਮ ਹੁੰਦਾ ਗਿਆ। ਉਸ ਤੋਂ ਬਾਅਦ ਤੁਸੀਂ ਦੇਖੋ ਪੰਜਾਬ ਦੀ, ਤੁਸੀਂ 70s ਦੀ ਇਕੋਨਮੀ ਦੇਖੋ, ਬਜਟ ਸਟੱਡੀ ਕਰੋਗੇ, ਮੈਂ ਬਜਟ ਪੜ੍ਹੇ ਹੈਗੇ ਹੋ ਤੁਸੀਂ, ਪੰਜਾਬ ਦੇ ਬਜਟ ਪੜ੍ਹੋ ਚੱਕ ਕੇ।
ਪੰਜਾਬ ਦਾ 1970 ਦਾ ਵਿਧਾਨ ਸਭਾ ਦਾ ਬਜਟ ਪੜੋ, ਪੰਜਾਬ ਦਾ 1975 ਵਿਧਾਨ ਸਭਾ ਦਾ ਬਜਟ ਪੜੋ ਤੇ ਪੰਜਾਬ ਦਾ ਤੁਸੀਂ 2010 ਦਾ ਵਿਧਾਨ ਸਭਾ ਦਾ ਬਜਟ ਪੜ੍ਹ ਲਓ, ਤਾਂ ਬਜਟ ਪੜ੍ਹ ਕੇ ਤੁਹਾਨੂੰ ਅੰਦਾਜ਼ਾ ਹੋ ਜਾਂਦਾ ਹੈ ਕਿ ਕਿਸ ਤਰੀਕੇ ਦੇ ਨਾਲ ਸਾਡੀ ਇਕਨੋਮੀ ਡਾਵਾਂਡੋਲ ਹੋ ਰਹੀ ਹੈ।